ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਤ ਗੁਰਮਤ ਗਿਆਨ YouTube ਚੈਨਲ ਦੇ ਉੱਤੇ ਜੋ ਸਵਾਲ ਜਵਾਬ ਦਾ ਪ੍ਰੋਗਰਾਮ ਆਪਾਂ ਨੇ ਲੰਮੇ ਸਮੇਂ ਤੋਂ ਚਲਾਇਆ ਹੋਇਆ ਹੈ ਅਤੇ ਵਿੱਚ ਦੀ ਕੁਝ ਘਰੇਲੂ ਮਜਬੂਰੀਆਂ ਦੇ ਕਾਰਨ ਉਹਨੂੰ ਰੋਕਣਾ ਪਿਆ ਸੀ। ਕਾਫੀ ਸਮੇਂ ਤੋਂ ਬਾਅਦ ਦਾਸ ਫਿਰ ਤੁਹਾਡੇ ਕੋਲ 5 ਸਵਾਲ ਲੈ ਕੇ ਹਾਜ਼ਰ ਹੋਏ ਹੈ। ਆਸ ਕਰਦੇ ਹਾਂ ਤੁਸੀਂ ਇਸ ਪ੍ਰੋਗਰਾਮ ਨੂੰ ਸੁਣ ਕੇ ਆਪਣੇ ਗਿਆਨ ਦੇ ਵਿੱਚ ਵਾਧਾ ਕਰਦੇ ਜਾਓਗੇ ਅਤੇ ਜੇ ਕੋਈ ਕਮੀ ਪੇਸ਼ੀ ਹੋਵੇ ਤਾਂ ਸੁਝਾਅ ਵੀ ਦਿੰਦੇ ਰਹਿਣਾ, ਪਰ ਸੁਝਾਅ ਕਿਸੇ ਦਲੀਲ 'ਤੇ ਆਧਾਰਿਤ ਹੋਵੇ, ਗੁਰਬਾਣੀ 'ਤੇ ਆਧਾਰਿਤ ਹੋਵੇ ਜਾਂ ਕੋਈ ਵਿਗਿਆਨਕ ਢੰਗ ਦੇ ਨਾਲ ਗੱਲ ਦੱਸੀ ਗਈ ਹੋਵੇ ਤਾਂ ਕਿ ਹੋਰ ਸਰੋਤਿਆਂ ਨੂੰ ਵੀ ਉਹ ਗੱਲ ਅੱਗੋਂ ਕੋਈ ਅਗਵਾਈ ਦੇ ਸਕੇ। ਤੋ ਵਕਤ ਖਰਾਬ ਕਰਨ ਵਾਸਤੇ ਆਪਾਂ ਨੂੰ ਨਾ ਤਾਂ ਮੈਂ ਬੋਲਾਂ ਅਤੇ ਨਾ ਵਕਤ ਖਰਾਬ ਕਰਨ ਵਾਸਤੇ ਤੁਸੀਂ ਸੁਝਾਅ ਦਿਓ। ਸੁਝਾਅ ਉਹ ਦਈਏ ਜਿਹੜਾ ਬਾਕੀ ਵੀ ਸਰੋਤਿਆਂ ਦੇ ਪਾਠਕਾਂ ਦੇ ਕੰਮ ਆ ਸਕੇ। ਅਤੇ ਅੱਜ ਆਪਾਂ 491 ਨੰਬਰ ਸਵਾਲ ਤੋਂ ਗੱਲ ਸ਼ੁਰੂ ਕਰਦੇ ਹਾਂ। ਇਹ ਹੈ ਭਾਈ ਅਮਰਪ੍ਰੀਤ ਸਿੰਘ ਧਰਮਕੋਟ ਤੋਂ। ਇਹਨਾਂ ਦਾ ਸਵਾਲ ਹੈ ਕਿ ਗੁਰਬਾਣੀ 'ਚ ਪੰਕਤੀ ਆਉਂਦੀ ਹੈ ਪੰਨਾ ਨੰਬਰ 870 ਦੇ ਉੱਤੇ, ਹਾਡ ਜਲੇ ਜੈਸੇ ਲੱਕੜੀ ਕਾ ਤੂਲਾ, ਕੇਸ ਜਲੇ ਜਿਉਂ ਘਾਸ ਕਾ ਪੂਲਾ। ਇਹ ਆਦਿ ਗ੍ਰੰਥ ਸਾਹਿਬ ਵਿੱਚ ਕੇਸਾਂ ਜਾਂ ਕਕਾਰਾਂ ਬਾਰੇ ਨਹੀਂ ਲਿਖਿਆ ਹੋਇਆ, ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ। ਸਾਡੇ ਕੋਲ ਕੋਈ ਇਤਿਹਾਸਕ ਕਿਤਾਬ ਹੈ ਤਾਂ ਕੇਸ ਰੱਖਣ ਬਾਰੇ ਸਾਨੂੰ ਕਿਰਪਾ ਕਰਕੇ ਜ਼ਰੂਰ ਦੱਸੋ। ਗੁਰੂ ਪਿਆਰ ਵਾਲਿਓ, ਕੇਸ ਕੁਦਰਤ ਦੇ ਦਿੱਤੇ ਹੋਏ ਤੋਹਫਾ ਨੇ। ਔਰਤਾਂ ਦੇ ਦਾੜ੍ਹੀ 'ਤੇ ਮੁੱਛਾਂ ਨਹੀਂ ਆਉਂਦੀਆਂ, ਆਦਮੀ ਦੇ ਆਉਂਦੀਆਂ ਨੇ। ਇਹ ਪਛਾਣ ਦੇ ਵਿੱਚ ਵਖਰੇਵਾਂ ਕੁਦਰਤ ਨੇ ਪੈਦਾ ਕੀਤਾ ਹੈ ਅਤੇ ਇਹਦੇ ਨਾਲ ਜਿੱਥੇ ਔਰਤਾਂ ਦਾ ਚਿਹਰਾ ਕੋਮਲ ਭਾਵੀ, ਪਿਆਰ ਭਰਿਆ, ਨਿਮਰਤਾ ਭਰਿਆ, ਸੁੰਦਰਤਾ ਭਰਿਆ ਨਜ਼ਰ ਆਉਂਦਾ ਬਿਨਾਂ ਦਾੜ੍ਹੀ ਕੇਸਾਂ ਤੋਂ, ਇਸੇ ਤਰ੍ਹਾਂ ਆਦਮੀ ਹੈ ਜੇ ਔਰਤ ਵਰਗਾ ਬਣ ਜਾਵੇ ਤਾਂ ਉਹਦਾ ਜੰਗ ਯੁੱਧ ਦੇ ਵਿੱਚ, ਸਮਾਜ ਦੇ ਵਿੱਚ ਔਰਤਾਂ ਵਰਗਾ ਪ੍ਰਭਾਵ ਤਾਂ ਪੈ ਸਕਦਾ ਪਰ ਉਹਦਾ ਬਹਾਦਰਾਂ ਵਰਗਾ, ਯੋਧਿਆਂ ਵਰਗਾ ਪ੍ਰਭਾਵ ਨਹੀਂ ਪਵੇਗਾ। ਇਹ ਦੋਵਾਂ ਦੀ ਵੱਖੋ ਵੱਖਰੀ ਡਿਊਟੀ ਹੈ, ਵੱਖੋ ਵੱਖਰੀ ਕੁਦਰਤ ਨੇ ਪਛਾਣ ਬਣਾਈ ਹੈ। ਇਹ ਜੀਵ ਜੰਤੂਆਂ ਦੇ ਵਿੱਚ ਵੀ ਮੌਜੂਦ ਹੈ ਅਤੇ ਇਨਸਾਨਾਂ ਦੇ ਵਿੱਚ ਵੀ ਮੌਜੂਦ ਹੈ। ਇਹਦਾ ਧਰਮ ਦੇ ਨਾਲ ਕੋਈ ਸਰੋਕਾਰ ਨਹੀਂ ਹੈ। ਧਰਮ ਦੇ ਨਾਲ ਤਾਂ ਪੁਜਾਰੀ ਲੋਕਾਂ ਨੇ ਬਾਅਦ ਦੇ ਵਿੱਚ ਇਹਨੂੰ ਜੋੜ ਲਿਆ ਹੈ। ਹੁਣ ਇੱਥੇ ਤਾਂ ਆਪਾਂ ਸਾਰੇ ਜਾਣਦੇ ਹਾਂ, ਗੁਰਬਾਣੀ 'ਚ ਤਾਂ ਇਹ ਵੀ ਲਿਖਿਆ ਹੋਇਆ ਹੈ, ਮੂੰਡ ਮੰਡਾਏ ਜੋ ਸਿੱਧ ਪਾਈ, ਮੁਕਤੀ ਭੇਡ ਨ ਗਈਆ ਕਾਈ। ਭਾਈ ਜੇ ਕੇਵਲ ਕੇਸ ਮਨਾਉਣ ਦੇ ਨਾਲ ਸਰੀਰ ਤੋਂ ਜਾਂ ਸਿਰ ਦੇ ਉੱਤੋਂ ਮੁਕਤੀ ਮਿਲਦੀ ਹੁੰਦੀ ਤਾਂ ਭੇਡਾਂ ਨੂੰ ਤਾਂ ਸਭ ਤੋਂ ਪਹਿਲਾਂ ਮੁਕਤੀ ਮਿਲ ਜਾਣੀ ਚਾਹੀਦੀ ਹੈ। ਉਹ ਤਾਂ ਵਿਚਾਰੀਆਂ ਹਰ 6 ਮਹੀਨਿਆਂ ਪਿੱਛੋਂ ਮੁੰਨੀਆਂ ਜਾਂਦੀਆਂ ਨੇ, ਪਰ ਇਹਦਾ ਮੁਕਤੀਆਂ ਵਗੈਰਾ ਨਾਲ ਕੋਈ ਸਰੋਕਾਰ ਨਹੀਂ। ਇਹ ਤਾਂ ਜਿਹੜੀਆਂ ਅੰਦਰ ਦੇ ਸੰਸਕਾਰ ਨੇ, ਅੰਦਰ ਦਾ ਗਿਆਨ ਹੈ, ਦਿਮਾਗ ਹੈ, ਅਕਲ ਹੈ, ਉਹਨੂੰ ਵਧਾਉਣਾ ਤਾਂ ਕਿ ਅਸੀਂ ਚੰਗੇ ਕੰਮ ਕਰ ਸਕੀਏ, ਸਹੀ ਫੈਸਲੇ ਲੈਣ ਯੋਗੇ ਹੋ ਸਕੀਏ, ਸਮਾਜ ਦੀ ਸੋਹਣੀ ਸਿਰਜਣਾ ਕਰ ਸਕੀਏ, ਸਾਡੀ ਰਾਜਨੀਤੀ ਵਧੀਆ ਹੋਵੇ, ਸਾਡੇ ਰੁਜ਼ਗਾਰ ਦੇ ਸਾਧਨ ਹੋਣ। ਗੱਲ ਕੀ ਮਨੁੱਖਤਾ ਦੇ ਖੁਸ਼ੀ ਅਤੇ ਸੁੱਖ ਵਾਸਤੇ ਸਾਰੀਆਂ ਲੋੜਾਂ ਪੂਰੀਆਂ ਕਰਨ ਦੇ ਢੰਗ ਤਰੀਕੇ ਮਨੁੱਖ ਨੂੰ ਆਉਂਦੇ ਹੋਣ, ਜਿੰਨਾ ਉਹ ਆਪਣਾ ਯੋਗਦਾਨ ਪਾ ਸਕੇ ਓਨਾ ਪਾਉਂਦਾ ਰਹੇ। ਇੱਥੋਂ ਤੱਕ ਵੀ ਗੁਰਬਾਣੀ 'ਚ ਲਿਖਿਆ ਮਿਲਦਾ ਹੈ, ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ, ਜੋ ਕੁਛ ਕੀਆ ਸੋ ਮਨ ਕੀਆ, ਮੁੰਡਾ ਮੂੰਡ ਅਜਾਏ। ਉਹ ਭਾਈ ਤੁਸੀਂ ਤਾਂ ਆਪਣੇ ਮਨ ਨੂੰ ਤਾਂ ਮੁੰਨਿਆ ਨਹੀਂ। ਹੁਣ ਇੱਥੇ ਸੋਚ ਕੇ ਦੇਖੋ, ਮਨ ਨੂੰ ਕਿਵੇਂ ਮੁੰਨਾਂਗੇ ਅਸੀਂ? ਮਨ ਦੇ ਉੱਤੇ ਕਿਹੜਾ ਵਾਲ ਆਏ ਹੋਏ ਨੇ? ਇੱਥੇ ਭਾਵ ਹੈ ਕਿ ਤੁਸੀਂ ਆਪਣੇ ਮਨ ਦੇ ਉੱਤੋਂ ਵਿਕਾਰਾਂ ਨੂੰ ਕੱਟ ਦਿਓ, ਵਿਕਾਰਾਂ ਨੂੰ ਕੱਢ ਦਿਓ। ਦਿਮਾਗ ਦੇ ਵਿੱਚ ਕੋਈ ਵਿਕਾਰ, ਬੁਰਾਈਆਂ ਦਾਖਲ ਨਾ ਹੋਣ ਦਿਓ। ਅਤੇ ਤੁਸੀਂ ਵਿਕਾਰਾਂ ਨੂੰ ਤਾਂ ਖਤਮ ਨਹੀਂ ਕੀਤਾ, ਕੇਸ ਬਣਾ ਕੇ ਬਹਿ ਗਏ ਕਿ ਸ਼ਾਇਦ ਇਹਦੇ ਨਾਲ ਵਿਕਾਰ ਖਤਮ ਹੋ ਜਾਣਗੇ। ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ, ਜੋ ਕਿਛ ਕੀਆ ਸੋ ਮਨ ਕੀਆ, ਮੁੰਡਾ ਮੂੰਡ ਅਜਾਏ। ਤੁਸੀਂ ਸਿਰ ਤਾਂ ਐਵੇਂ ਬਣਾ ਕੇ ਬਹਿ ਗਏ, ਇਹਦੀ ਲੋੜ ਨਹੀਂ ਸੀ। ਸੋ ਮਨ ਦੇ ਵਿਕਾਰਾਂ ਨੂੰ ਦੂਰ ਕਰਨਾ ਸੀ। ਇਸੇ ਤਰ੍ਹਾਂ ਕਬੀਰ ਪ੍ਰੀਤ ਇੱਕ ਸਿਉਂ ਕੀਏ, ਆਣ ਦੁਬਦਾ ਜਾਏ। ਹੇ ਕਬੀਰ, ਮੈਂ ਸਾਰਿਆਂ ਨੂੰ ਕਹਿੰਦਾ ਹਾਂ ਕਿ ਇੱਕ ਉਹ ਪਰਮੇਸ਼ਰ ਨਾਲ, ਉਹਦੇ ਨਿਯਮ ਨਾਲ ਪਿਆਰ ਕਰੋ, ਬਾਕੀਆਂ ਨੂੰ ਛੱਡ ਦਿਓ, ਕਿਸੇ ਦੇ ਦਬਾਅ ਥੱਲੇ ਨਾ ਆਓ। ਕਬੀਰ ਪ੍ਰੀਤ ਇੱਕ ਸਿਉਂ ਕੀਏ, ਆਨ ਦੁਬਦਾ ਜਾਏ। ਜਦੋਂ ਤੁਹਾਡੀ ਦੁਬਦਾ ਚਲੀ ਗਈ ਫਿਰ ਕੋਈ ਫਰਕ ਨਹੀਂ ਪੈਣ ਲੱਗਿਆ, ਭਾਵੇਂ ਲਾਂਬੇ ਕੇਸ ਕਰ, ਭਾਵੇਂ ਘਰ ਮੰਡਾਏ। ਫਿਰ ਤੁਸੀਂ ਜਦੋਂ ਸਿਆਣੇ ਇਨਸਾਨ ਬਣ ਗਏ, ਦੁਬਦਾ ਮੁੱਕ ਗਈ ਤੁਹਾਡੀ,
ਤਾਂ ਕੇਸ ਭਾਵੇਂ ਰੱਖਿਓ ਤੇ ਭਾਵੇਂ ਨਾ ਰੱਖਿਓ, ਇਹ ਤੁਹਾਡੀ ਮਰਜ਼ੀ 'ਤੇ ਨਿਰਭਰ ਹੈ ਕਿ ਤੁਹਾਨੂੰ ਕੀ ਠੀਕ ਲੱਗਦਾ ਹੈ। ਉਂਝ ਇਹਨਾਂ ਦੀ ਧਰਮ ਦੇ ਨਾਲ ਕੋਈ ਮਹੱਤਤਾ ਨਹੀਂ ਹੈ, ਕੋਈ ਲਾਗਾ ਦੇਗਾ ਨਹੀਂ ਹੈ। ਤੋ ਇਸ ਤਰ੍ਹਾਂ ਇਹ ਸਾਡੇ ਕੋਲੇ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਮੌਜੂਦ ਨੇ। ਇੱਥੇ ਭਾਈ ਨੇ ਪੁੱਛਿਆ ਕਿ ਕੇਸ ਰੱਖਣ ਬਾਰੇ ਕੋਈ ਇਤਿਹਾਸਕ ਕਿਤਾਬ ਹੈ। ਇਹੋ ਜਿਹੀਆਂ ਕਿਤਾਬਾਂ ਆਪਣੇ ਮਨ ਮਰਜ਼ੀ ਦੇ ਪੰਗਤੀਆਂ ਅਰਥ ਕਰਕੇ ਗੁਰਬਾਣੀ ਚੋਂ ਵੀ ਬਹੁਤ ਸਾਰੇ ਲੋਕਾਂ ਨੇ ਦਿੱਤੇ ਹੋਏ ਨੇ ਅਤੇ ਹੋਰ ਕਿਤਾਬਾਂ ਵੀ ਹੈਗੀਆਂ ਨੇ। ਪਰ ਇਹਦਾ ਜਿਹੜਾ ਇਹ ਤੁਹਾਡੇ ਸਾਹਮਣੇ ਮੈਂ ਮੈਟਰ ਰੱਖਿਆ, ਇਹਦੇ 'ਤੇ ਆਪ ਵਿਚਾਰ ਕਰਕੇ ਵੇਖ ਲਿਓ ਕਿ ਜਿਹੜੇ ਲੋਕਾਂ ਨੇ ਕੇਸ ਰੱਖੇ ਹੋਏ ਨੇ ਕੀ ਉਹ ਬੁਰੇ ਕੰਮ ਨਹੀਂ ਕਰਦੇ? ਉਹ ਤਾਂ ਸਗੋਂ ਸਿੱਖੀ ਦੇ ਇਸ ਰੂਪ ਨੂੰ ਬਦਨਾਮ ਕਰ ਰਹੇ ਨੇ ਬਹੁਤ ਸਾਰੇ ਲੋਕ। ਅਤੇ ਜਿਹੜੇ ਮੋਨੇ ਨੇ ਅਤੇ ਉਹ ਕੀ ਸਾਰੇ ਮਾੜੇ ਨੇ? ਉਹਨਾਂ ਦੇ ਵਿੱਚ ਬਹੁਤ ਸਾਰੇ ਚੰਗੇ ਇਨਸਾਨ ਨੇ। ਅਤੇ ਜਿਹੜੇ ਆਪਾਂ ਪੱਛਮੀ ਮੁਲਕਾਂ ਨੂੰ ਦੌੜੇ ਜਾ ਰਹੇ ਹਾਂ ਅਤੇ ਉੱਥੇ ਸਾਰੇ ਹੀ ਲਗਭਗ ਮੋਨੇ ਰਾਜ ਕਰਨ ਵਾਲੇ ਨੇ, ਫੈਕਟਰੀਆਂ ਵਾਲੇ ਨੇ। ਅਸੀਂ ਉਹਨਾਂ ਦੇ ਅਧੀਨ ਰਹਿ ਕੇ ਨੌਕਰੀਆਂ ਕਰਦੇ ਹਾਂ। ਉਹਨਾਂ ਦੇਸ਼ਾਂ ਨੂੰ ਜਾਣ ਦੇ ਵਿੱਚ ਅਸੀਂ ਮਾਣ ਮਹਿਸੂਸ ਕਰਦੇ ਹਾਂ ਅਤੇ ਉਹਨਾਂ ਨੇ ਤਾਂ ਕੇਸ ਨਹੀਂ ਰੱਖੇ ਹੋਏ। ਅਸੀਂ ਕੇਸ ਰੱਖੇ ਹੋਏ ਨੇ ਜਿਨ੍ਹਾਂ ਨੇ, ਅਸੀਂ ਕਿੱਥੇ ਖਲੋਤੇ ਹਾਂ, ਜਿਨ੍ਹਾਂ ਨੇ ਨਹੀਂ ਰੱਖੇ ਉਹ ਕਿੱਥੇ ਖਲੋਤੇ ਨੇ। ਮੇਰਾ ਇਹ ਭਾਵ ਬਿਲਕੁਲ ਨਹੀਂ ਕਿ ਕੇਸ ਮਨਾ ਦਿਓ, ਭਾਵ ਹੈ ਚੰਗੇ ਇਨਸਾਨ ਬਣਨ ਦਾ। ਕੇਸ ਰੱਖਣੇ, ਦਸਤਾਰ ਸਜਾਉਣੀ ਸਾਡਾ ਕੌਮੀ ਚਿੰਨ੍ਹ, ਕੌਮੀ ਨਿਸ਼ਾਨ ਤਾਂ ਹੋ ਸਕਦਾ ਹੈ, ਪਰ ਧਰਮ ਦੇ ਨਾਲ ਇਹਦਾ ਕੋਈ ਸਰੋਕਾਰ ਨਹੀਂ ਹੈ। ਜਿਹੜੇ ਲੋਕਾਂ ਨੇ ਕੇਵਲ ਕੇਸਾਂ ਨੂੰ ਧਰਮ ਦਾ ਹਿੱਸਾ ਬਣਾ ਲਿਆ, ਉਹ ਇਸੇ ਕਰਕੇ ਭਟਕ ਜਾਂਦੇ ਨੇ, ਕਿਉਂਕਿ ਫਿਰ ਉਹਨਾਂ ਨੂੰ ਗੁਣਾਂ ਦੀ ਲੋੜ ਨਹੀਂ ਰਹਿੰਦੀ। ਉਹ ਸਮਝਦੇ ਨੇ ਕੇਸ ਰੱਖ ਲਏ, ਹੁਣ ਅਸੀਂ ਪੱਕੇ ਸਿੱਖ ਬਣ ਗਏ ਹਾਂ। ਸੋ ਇਹਨਾਂ ਗੱਲਾਂ ਵੱਲ ਜ਼ਰੂਰ ਗੌਰ ਕਰਨੀ ਹੈ ਕਿ ਕਕਾਰ ਜਾਂ ਕੋਈ ਜਿਹੜੇ ਚਿੰਨ੍ਹ ਨੇ, ਇਹ ਧਾਰਨ ਦਾ ਮਤਲਬ ਹੈ ਕਿ ਅਸੀਂ ਕਸਮ ਖਾਂਦੇ ਹਾਂ ਅੱਜ ਤੋਂ ਬਾਅਦ ਇਹ ਬੁਰਾ ਕੰਮ ਅਸੀਂ ਨਹੀਂ ਕਰਾਂਗੇ। ਅਤੇ ਇਹ ਸਾਡੇ ਚਿੰਨ੍ਹ ਨੇ, ਸਾਡਾ ਝੰਡਾ ਨੇ ਅਤੇ ਸਾਡਾ ਕੌਮੀ ਪਛਾਣ ਨੇ, ਅਤੇ ਅਸੀਂ ਇਹਨਾਂ ਦੀ ਲਾਜ ਰੱਖਾਂਗੇ। ਪਰ ਅੱਜ ਤਾਂ ਤੁਸੀਂ ਆਲੇ ਦੁਆਲੇ ਦੇਖ ਰਹੇ ਹੋ ਕਿੰਨਾ ਕੁ ਕੇਸਾਂ ਦੀ ਜਾਂ ਕਿੰਨੀ ਕੁ ਦਸਤਾਰ ਦੀ ਲਾਜ ਰੱਖੀ ਜਾ ਰਹੀ ਹੈ। ਅਸੀਂ ਚੰਗੀ ਤਰ੍ਹਾਂ ਇਹਦੇ ਬਾਰੇ ਜਾਣਦੇ ਹਾਂ ਅਤੇ ਆਉਣ ਵਾਲੇ ਸਮੇਂ 'ਚ ਆਪਾਂ ਸਾਰੇ ਰਲ ਮਿਲ ਕੇ ਯਤਨ ਕਰੀਏ, ਆਪਣੀ ਕੌਮੀ ਪਛਾਣ ਨੂੰ ਵੀ ਕਾਇਮ ਰੱਖੀਏ ਅਤੇ ਧਰਮ ਦਾ ਅੰਗ ਬਣਨ ਤੋਂ ਵੀ ਇਹਨਾਂ 'ਚ ਗਲਤ ਚੀਜ਼ਾਂ ਨੂੰ ਰੋਕੀਏ ਕਿ ਐਵੇਂ ਹਰ ਚੀਜ਼ ਨੂੰ ਧਰਮ ਦੇ ਨਾਲ ਥੋਪ ਦੇਣਾ ਅਤੇ ਫਿਰ ਇਹ ਵੀ ਕੋਈ ਚੰਗਾ ਨਹੀਂ ਹੈ। ਸਵਾਲ ਨੰਬਰ 492 ਭਾਈ ਜਸਕਰਨ ਸਿੰਘ ਟਰਾਂਟੋ ਤੋਂ। ਇਹਨਾਂ ਦਾ ਸਵਾਲ ਹੈ, ਖਾਲਸਾ ਪੰਥ ਦੀ ਸਿਰਜਣਾ 1699 ਵਿੱਚ ਕੀਤੀ ਗਈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ 1708 ਵਿੱਚ ਦਿੱਤੀ ਗਈ, ਪਰ ਗੁਰੂ ਜੀ ਨੇ ਖਾਲਸੇ ਦੀ ਸਿਰਜਣਾ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਉਂ ਨਹੀਂ ਲਿਖਿਆ? ਖੰਡੇ ਕੀ ਪਹੁਲ ਅਤੇ ਕਕਾਰਾਂ ਬਾਰੇ ਵੀ ਨਹੀਂ ਲਿਖਿਆ। ਫਿਰ ਕੀ ਇਹ ਧਾਰਮਿਕ ਚਿੰਨ੍ਹ ਵਿਪਰਨ ਕੀ ਰੀਤ ਤਾਂ ਨਹੀਂ ਹਨ? ਗੁਰੂ ਪਿਆਰ ਵਾਲਿਓ, ਇਸ ਗੱਲ ਦਾ ਧਿਆਨ ਰੱਖਿਆ ਜਾਵੇ। ਗੁਰਬਾਣੀ ਹੈ ਸਾਡੀ ਸਿੱਖਿਆ ਦਾ ਕੇਂਦਰ ਬਿੰਦੂ, ਭਾਵ ਕਿ ਅਸੀਂ ਚੰਗੇ ਇਨਸਾਨ ਬਣਨ ਵਾਸਤੇ ਗੁਰਬਾਣੀ ਦੇ ਵਿੱਚੋਂ ਸੇਧ ਲੈਣੀ ਹੈ, ਪੜ੍ਹ ਕੇ ਚੰਗੇ ਇਨਸਾਨ ਬਣਨਾ ਹੈ, ਵਿਦਵਾਨ ਬਣਨਾ ਹੈ। ਪਰ ਵਕਤੀ ਤੌਰ 'ਤੇ ਸਮੇਂ ਦੇ ਅਨੁਸਾਰ ਸਾਨੂੰ ਹੋਰ ਵੀ ਬਹੁਤ ਕੁਝ ਕਰਨਾ ਪੈਂਦਾ ਹੈ। ਅੱਜ ਜਿਹੜਾ ਕੁਝ ਅਸੀਂ ਕਰਦੇ ਹਾਂ, ਜਿਹੜਾ ਕੁਝ ਸਿੱਖਦੇ ਹਾਂ, ਜਿਹੜਾ ਕੁਝ ਪੜ੍ਹਦੇ ਹਾਂ, ਪੜ੍ਹਾਉਂਦੇ ਹਾਂ, ਕੰਮ ਕਰਦੇ ਹਾਂ, ਕੀ ਉਹ ਸਾਰੇ ਗੁਰਬਾਣੀ 'ਚ ਮੌਜੂਦ ਨੇ? ਉਹ ਨਹੀਂ ਹੈਗੇ। ਅਤੇ ਸਾਨੂੰ ਡਰਾਈਵਿੰਗ ਲਾਇਸੈਂਸ ਬਣਾਉਣਾ ਹੋਵੇ ਤਾਂ ਗੁਰਬਾਣੀ ਪੜ੍ਹ ਕੇ ਡਰਾਈਵਿੰਗ ਲਾਇਸੈਂਸ ਨਹੀਂ ਬਣਦਾ। ਇਹ ਤਾਂ ਬਾਹਰਲੀ ਸਿੱਖਿਆ ਲੈਣੀ ਪਵੇਗੀ, ਨਿਯਮ ਸਿੱਖਣੇ ਪੈਣਗੇ, ਗੱਡੀ ਚਲਾਉਣੀ ਸਿੱਖਣੀ ਪਵੇਗੀ। ਮਕੈਨਿਕ ਬਣਨਾ ਪਵੇ ਤਾਂ ਹੋਰ ਟ੍ਰੇਨਿੰਗ ਲੈਣੀ ਪਵੇਗੀ। ਅਤੇ ਵਿਦੇਸ਼ ਨੂੰ ਜਾਣਾ ਹੋਵੇ ਤਾਂ ਉਹਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ। ਕੋਈ ਦੁਕਾਨਦਾਰ, ਕੋਈ ਵਪਾਰੀ, ਕੋਈ IAS, ਕੋਈ PCS, ਕਿਸੇ ਤਰ੍ਹਾਂ ਦਾ ਵੀ ਕੋਈ ਵੱਡਾ ਅਹੁਦਾ ਲੈਣਾ ਹੋਵੇ, ਨੌਕਰੀ ਕਰਨੀ ਹੋਵੇ ਤਾਂ ਉਹੋ ਜਿਹੇ ਕੰਮ ਸਾਨੂੰ ਸਿੱਖਣੇ ਪੈਣਗੇ ਜਿਹੜੇ ਕਿ ਗੁਰਬਾਣੀ 'ਚ ਨਹੀਂ ਹੈਗੇ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਕੁਝ ਲਿਖਿਆ ਹੋਇਆ ਸਿਰ ਮੱਥੇ ਪ੍ਰਵਾਨ ਹੈ। ਅਤੇ ਜਿਹੜੇ 10ਵੇਂ ਪਾਤਸ਼ਾਹ ਨੇ ਖੰਡੇ ਕੀ ਪਹੁਲ ਛਕਾਈ ਅਤੇ ਪੰਜਾਂ ਪਿਆਰਿਆਂ ਨੂੰ ਪਹਿਲਾਂ ਪਹੁਲ ਛਕਾਈ ਅਤੇ ਬਾਅਦ ਦੇ ਵਿੱਚ ਉਹਨਾਂ ਨੂੰ ਆਖਿਆ ਕਿ ਤੁਸੀਂ ਹੋਰਨਾਂ ਨੂੰ ਵੀ ਇਸ ਪਾਸੇ ਲਿਆਓ, ਖੰਡੇ ਕੀ ਪਹੁਲ ਛਕਾਓ। ਇਹਦਾ ਭਾਵ ਸੀ ਉਦੋਂ ਜੰਗ ਯੁੱਧ ਦਾ ਦੌਰ ਚੱਲ ਰਿਹਾ ਸੀ। ਨੀਵਿਆਂ 'ਤੇ, ਨਿਮਾਣਿਆਂ 'ਤੇ, ਕਮਜ਼ੋਰਾਂ 'ਤੇ ਲਗਾਤਾਰ ਜ਼ੁਲਮ ਹੋ ਰਹੇ ਸੀ। ਹਾਕਮ ਧਿਰ ਅਤੇ ਪੁਜਾਰੀ ਤਬਕਾ ਦੋਵੇਂ ਰਲ ਕੇ ਆਮ ਲੋਕਾਂ ਨੂੰ ਕੁੱਟ ਰਹੇ ਸੀ, ਲੁੱਟ ਰਹੇ ਸੀ, ਕਤਲ ਕਰ ਰਹੇ ਸੀ, ਨੂੰਹਾਂ ਧੀਆਂ ਦੀ ਬੇਪਤੀ ਕਰ ਰਹੇ ਸੀ। ਇਹਨਾਂ ਚੀਜ਼ਾਂ ਨੂੰ ਜਦੋਂ ਸ਼ਾਂਤੀ ਦੇ ਨਾਲ ਨਹੀਂ ਰੋਕਿਆ ਜਾ ਸਕਿਆ ਤਾਂ ਗੁਰੂ ਸਾਹਿਬ ਨੇ ਇੱਕ ਫੌਜ ਤਿਆਰ ਕੀਤੀ। ਉਸ ਫੌਜ ਨੂੰ ਬਕਾਇਦਾ ਪਹਿਲਾਂ ਟ੍ਰੇਨਿੰਗ ਦਿੱਤੀ ਜਾਂਦੀ ਸੀ, ਹਥਿਆਰ ਚਲਾਉਣੇ, ਨਿਯਮਾਂ ਦੀ ਪਾਲਣਾ ਕਰਨੀ, ਅਤੇ ਉਹ ਸਾਰੇ ਸਿਖਾਏ ਜਾਂਦੇ ਸੀ।
ਤੇ ਫਿਰ ਉਹਨਾਂ ਦੇ ਵਿੱਚ ਵੀ ਨੌਜਵਾਨ ਤਬਕਾ ਹੀ ਲਿਆ ਜਾਂਦਾ ਸੀ। ਬੱਚੇ, ਬੁੱਢੇ ਅਤੇ ਔਰਤਾਂ ਉਸ ਫੌਜ ਦੇ ਵਿੱਚ ਭਰਤੀ ਨਹੀਂ ਕੀਤੀਆਂ ਜਾਂਦੀਆਂ ਸੀ। ਤਾਂ ਫਿਰ ਉਹਨਾਂ ਨੂੰ ਪੂਰੀ ਤਰ੍ਹਾਂ ਤਿਆਰ ਕਰਕੇ ਕਸਮ ਚੁਕਾਈ ਜਾਂਦੀ ਸੀ ਕਿ ਅੱਜ ਤੋਂ ਬਾਅਦ ਤੁਸੀਂ ਇਹਨਾਂ ਨਿਯਮਾਂ ਦੀ ਪਾਲਣਾ ਕਰਨੀ ਹੈ। ਅੱਜ ਕਸਮ ਚੁੱਕੋ ਕਿ ਅਸੀਂ ਇਹਨਾਂ ਨਿਯਮਾਂ ਨੂੰ ਨਹੀਂ ਤੋੜਾਂਗੇ। ਇਹ ਹਥਿਆਰ ਘੱਟੋ ਘੱਟ ਆਪਣੇ ਕੋਲ ਹਰ ਵਕਤ ਰੱਖੋਗੇ ਤਾਂ ਕਿ ਆਪਣੀ ਅਤੇ ਆਪਣੇ ਲੋਕਾਂ ਦੀ ਰਾਖੀ ਕਰ ਸਕੋ। ਤੁਸੀਂ ਜਾਤ ਪਾਤ ਨੂੰ ਅੱਗੇ ਤੋਂ ਨਹੀਂ ਮੰਨੋਗੇ। ਧੀ ਭੈਣ ਔਰਤ ਭਾਵੇਂ ਆਪਣੀ ਹੈ ਭਾਵੇਂ ਪਰਾਈ ਹੈ, ਤੇ ਤੁਸੀਂ ਉਹਦਾ ਇੱਕੋ ਜਿਹਾ ਸਤਿਕਾਰ ਕਰੋਗੇ। ਕਿਸੇ ਵੀ ਔਰਤ ਨਾਲ ਸਮੇਤ ਜੰਗ ਯੁੱਧ ਦੇ ਤੁਸੀਂ ਕੋਈ ਮੰਦਾ ਵਿਹਾਰ ਨਹੀਂ ਕਰੋਗੇ। ਇਹੋ ਜਿਹੇ ਬਹੁਤ ਸਾਰੇ ਨਿਯਮ ਉਦੋਂ ਪੰਜਾਂ ਪਿਆਰਿਆਂ ਨੂੰ ਖੰਡੇ ਕੀ ਪਹੁਲ ਦਿੱਤੀ ਹੈ ਜਦੋਂ 1699 ਦੇ ਵਿੱਚ ਬਾਅਦ 'ਚ ਖਾਲਸਾ ਪੰਥ ਦੀ, ਜਿਹਨੂੰ ਆਪਾਂ ਸਿਰਜਣਾ ਕਹਿੰਦੇ ਹਾਂ, ਇਹ ਕੀਤੀ ਗਈ ਹੈ। ਤਾਂ ਇਹ ਸਾਰਾ ਫੌਜ ਦੇ ਵਿੱਚ ਭਰਤੀ ਕਰਨ ਦਾ ਇੱਕ ਢੰਗ ਸੀ, ਇੱਕ ਸਿਸਟਮ ਸੀ। ਫੌਜ ਖੜੀ ਕੀਤੀ ਗਈ ਸੀ। ਉਦੋਂ 10,000 ਭਰਤੀ ਹੋਏ ਜਾਂ 20,000 ਹੋਏ, ਗਿਣਤੀ ਦੇ ਵਿੱਚ ਜਾਣ ਦੀ ਲੋੜ ਨਹੀਂ। ਇਹ ਫੌਜੀ ਭਰਤੀ ਦਾ ਇੱਕ ਢੰਗ ਸੀ। ਗੁਰੂ ਸਾਹਿਬ ਨੇ ਫੌਜੀ ਭਰਤੀ ਕੀਤੀ ਸੀ, ਤੇ ਪਰ ਉਹਨਾਂ ਨੂੰ ਪਹਿਲਾਂ ਟ੍ਰੇਨਿੰਗ ਦਿੱਤੀ ਜਾਂਦੀ ਸੀ ਹਥਿਆਰ ਚਲਾਉਣ ਦੀ, ਘਰੋਂ ਬਾਹਰ ਰਹਿਣ ਦੀ, ਆਪਣੀ ਆਪ ਦੀ ਸੰਭਾਲ ਕਰਨ ਦੀ, ਖਾਣਾ ਦਾਣਾ ਬਣਾਉਣ ਦੀ, ਘੋੜਿਆਂ ਦੀ ਸਵਾਰੀ ਦੀ, ਤੇ ਹੋਰ ਸਾਰੇ ਜਿਹੜੇ ਨਿਯਮ ਸੀ ਫੌਜ ਦੇ, ਉਹਨਾਂ ਦੇ ਸਮਿਆਂ ਦੇ ਮੁਤਾਬਕ ਉਹ ਸਾਰੇ ਸਿਖਾਏ ਜਾਂਦੇ ਸੀ। ਤੇ ਫਿਰ ਫੌਜ ਦੇ ਵਿੱਚ ਉਹਨਾਂ ਨੂੰ ਕਸਮ ਚੁਕਾ ਕੇ ਭਰਤੀ ਕਰ ਲਿਆ ਜਾਂਦਾ ਸੀ। ਇਹ ਫੌਜ ਦੇ ਵਿੱਚ ਭਰਤੀ ਹੋਣ ਦਾ ਢੰਗ ਹੈ, ਨਾ ਕਿ ਕੋਈ ਧਰਮ ਦਾ ਅੰਗ ਨਹੀਂ ਹੈ। ਪਰ ਉਦੋਂ ਧਰਮ ਦੇ ਰਾਹੀਂ ਲੋਕਾਂ ਨੂੰ ਨੇੜੇ ਲਿਆਉਣ ਦਾ ਇੱਕ ਇਹ ਤਰੀਕਾ ਸੀ। ਇਹ ਲੋਕੀ ਧਰਮ ਦਾ ਨਾਮ ਲੈ ਕੇ ਛੇਤੀ ਨਾਲ ਜੁੜਦੇ ਸੀ। ਜੇ ਕਿਤੇ ਧਰਮ ਦਾ ਅੰਗ ਇਹਨੂੰ ਨਾ ਮੰਨਿਆ ਜਾਂਦਾ ਤਾਂ ਬਹੁਤ ਸਾਰੇ ਲੋਕਾਂ ਨੇ ਸ਼ਾਮਲ ਨਹੀਂ ਹੋਣਾ ਸੀ। ਧਰਮ ਨੂੰ ਉਸ ਸਮੇਂ ਦੇ ਵਿੱਚ ਸਭ ਤੋਂ ਉੱਤਮ ਪਵਿੱਤਰ ਜਿਹੜੀ ਆਸਥਾ ਵਿਸ਼ਵਾਸ ਮੰਨਿਆ ਜਾਂਦਾ ਸੀ, ਜਿਹੜਾ ਕਿ ਅੱਜ ਤੱਕ ਵੀ ਕਾਫੀ ਹੱਦ ਤੱਕ ਸਾਡੇ ਮਨਾਂ ਦੇ ਉੱਤੇ ਭਾਰੂ ਹੈ। ਧਰਮ ਹੈ, ਧਰਮ ਦਾ ਇੱਕ ਨਿਯਮ, ਸੱਚਾ ਨਿਯਮ। ਧਰਮ ਰਾਜ ਦਾ ਵੀ ਮਤਲਬ ਇਹੀ ਹੈ ਕਿ ਧਰਮ 'ਤੇ ਆਧਾਰਿਤ ਸੱਚਾ ਰਾਜ ਕਾਇਮ ਕਰਨਾ। ਇਸੇ ਤਰ੍ਹਾਂ ਹੀ ਧਰਮ ਦੇ ਰਾਹੀਂ ਹੀ ਲਗਭਗ ਅੱਗੇ ਸਾਰੇ ਕੰਮ ਕੀਤੇ ਜਾਂਦੇ ਸੀ। ਸੋ ਇਹ ਫੌਜ ਦੇ ਵਿੱਚ ਭਰਤੀ ਕਰਨ ਦਾ ਇੱਕ ਢੰਗ ਹੈ। ਤੇ ਇਸ ਤਰ੍ਹਾਂ ਇਹ ਵਿਪਰਨ ਕੀ ਰੀਤ, ਇਹਨੂੰ ਅੱਜ ਜਿਹੜੇ ਲੋਕ ਕਹਿ ਦਿੰਦੇ ਨੇ, ਇਹ ਉਹਨਾਂ ਦੀ ਆਪਣੀ ਸੋਚ ਹੈ, ਆਪਣੀ ਮਰਜ਼ੀ ਹੈ। ਪਰ ਦੇਖਣਾ ਇਹ ਹੈ ਕਿ ਅੱਜ ਇਹਨਾਂ ਕਕਾਰਾਂ ਦੀ ਕਿਸ ਰੂਪ ਦੇ ਵਿੱਚ ਲੋੜ ਹੈ, ਕਿੰਨੀ ਕੁ ਅਸੀਂ ਸੰਭਾਲ ਕਰ ਸਕਦੇ ਹਾਂ, ਤੇ ਆਪਣੀ ਕੌਮੀ ਪਛਾਣ ਕਾਇਮ ਰੱਖਣ ਵਾਸਤੇ ਅਸੀਂ ਇਹਨਾਂ ਨੂੰ ਪਹਿਨ ਸਕਦੇ ਹਾਂ ਜਾਂ ਨਹੀਂ ਪਹਿਨ ਸਕਦੇ। ਇਹ ਹੁਣ ਸਾਡੀ ਮਰਜ਼ੀ 'ਤੇ ਨਿਰਭਰ ਹੈ, ਕਿਉਂਕਿ ਅਸੀਂ ਹੁਣ ਪਰਸਨਲ ਤੌਰ 'ਤੇ ਆਪਣੀ ਫੌਜ ਵੱਖਰੀ ਨਹੀਂ ਰੱਖ ਸਕਦੇ। ਜਿਸ ਦੇਸ਼ ਦੇ ਵਿੱਚ ਅਸੀਂ ਰਹਿ ਰਹੇ ਹਾਂ, ਉਸ ਦੇਸ਼ ਦੀ ਫੌਜ ਹੈ ਜਿਹੜੀ, ਉਹ ਆਪਣੇ ਨਾਗਰਿਕਾਂ ਦੀ ਸਾਰਿਆਂ ਦੀ ਰਾਖੀ ਕਰਦੀ ਹੈ। ਰਾਖੀ ਦੀ ਜ਼ਿੰਮੇਵਾਰੀ ਅੱਜ ਕੱਲ੍ਹ ਦੀ ਜਿਹੜੀ ਫੌਜ ਹੈ ਸਰਕਾਰਾਂ ਵੱਲੋਂ, ਉਹ ਰਾਖੀ ਕਰਦੀ ਹੈ। ਅਸੀਂ ਆਪਣੀ ਵੱਖਰੀ ਫੌਜ ਨਹੀਂ ਬਣਾ ਸਕਦੇ। ਇਸ ਤਰ੍ਹਾਂ ਹਥਿਆਰਬੰਦ ਅਸੀਂ ਅੱਜ ਨਹੀਂ ਹੋ ਸਕਦੇ, ਕਿਉਂਕਿ ਹਥਿਆਰ ਹੁਣ ਕਿਰਪਾਨ ਹੈ ਜਿਹੜੀ, ਇਹ ਹਥਿਆਰਾਂ ਦਾ ਰੂਪ ਨਹੀਂ ਲੈ ਸਕਦੀ। ਇਹਦੇ ਮੁਕਾਬਲੇ 'ਤੇ ਦੁਨੀਆ ਦੇ ਵਿੱਚ ਬਹੁਤ ਮਾਰੂ ਹਥਿਆਰ ਆ ਚੁੱਕੇ ਹੋਏ ਨੇ। ਅਸੀਂ ਇਸ ਨਿੱਕੀ ਕਿਰਪਾਨ ਨਾਲ ਕੋਈ ਜੰਗ ਅੱਜ ਨਹੀਂ ਲੜ ਸਕਦੇ। ਇਹ ਕੇਵਲ ਚਿੰਨ੍ਹ ਬਣ ਕੇ ਰਹਿ ਗਈ ਹੈ। ਸੋ ਸਾਵਧਾਨ ਹੋਣ ਦੀ ਲੋੜ ਹੈ। ਇਹ ਅੱਜ ਫੌਜ ਦੇ ਵਿੱਚ ਭਰਤੀ ਅਸੀਂ ਇਸ ਚਿੰਨ੍ਹਾਂ ਦੇ ਰਾਹੀਂ ਨਹੀਂ ਹੋ ਸਕਦੇ। ਅਸੀਂ ਆਪਣੀ ਫੌਜ ਨਹੀਂ ਬਣਾ ਸਕਦੇ। ਇਹਨਾਂ ਗੱਲਾਂ ਨੂੰ ਜ਼ਰੂਰ ਧਿਆਨ 'ਚ ਰੱਖਣਾ ਹੈ ਜੀ। ਸਵਾਲ ਨੰਬਰ 493, ਭਾਈ ਹਰਦੀਪ ਸਿੰਘ UK। ਇਹਨਾਂ ਦਾ ਸਵਾਲ ਹੈ, ਅਨਹਦ ਨਾਦ ਸ਼ਬਦ ਗੁਰਬਾਣੀ ਵਿੱਚ ਕਈ ਵਾਰ ਆਇਆ ਹੈ। ਸਿਮਰਨ ਕਰਨ ਵਾਲੇ ਵੀ ਇਸ ਦਾ ਜ਼ਿਕਰ ਕਰਦੇ ਹਨ। ਇਸ ਦਾ ਕੀ ਮਤਲਬ ਹੈ? ਅਨਹਦ ਨਾਦ ਦਾ ਮਤਲਬ ਹੁੰਦਾ ਹੈ ਜਿਹੜਾ ਬਗੈਰ ਛੋਹ ਤੋਂ, ਬਗੈਰ ਕੋਈ ਹੱਥ ਜਾਂ ਡੰਡਾ ਸੋਟਾ ਦੇ ਟੱਚ ਕਰਨ ਤੋਂ ਬਿਨਾਂ ਆਪਣੇ ਆਪ ਆਵਾਜ਼ ਨਿਕਲੇ। ਭਾਵ ਕਿ ਸਾਡੇ ਮਨ ਦੇ ਵਿੱਚ ਅਹਿਸਾਸ ਪੈਦਾ ਹੋਵੇ ਕਿ ਮੈਨੂੰ ਇਹ ਕੰਮ ਕਰਨਾ ਚਾਹੀਦਾ ਹੈ, ਮੈਂ ਇਸ ਤਰ੍ਹਾਂ ਦਾ ਕੰਮ ਕਰ ਸਕਦਾ ਹਾਂ, ਮੇਰੇ ਅੰਦਰ ਬਹਾਦਰੀ ਦਾ ਜਜ਼ਬਾ ਠਾਠਾਂ ਮਾਰਦਾ ਹੈ, ਮੈਂ ਪਰਉਪਕਾਰ ਕਰਨਾ ਚਾਹੁੰਦਾ ਹਾਂ, ਮੈਨੂੰ ਕੁਦਰਤ ਦੇ ਨਿਯਮਾਂ ਦਾ ਪਤਾ ਲੱਗ ਗਿਆ ਹੈ, ਮੈਂ ਦੂਜਿਆਂ ਨੂੰ ਪੜ੍ਹਾ ਸਕਦਾ ਹਾਂ, ਮੈਂ ਆਪਣੇ ਦੇਸ਼ ਦੇ ਲੋਕਾਂ ਦੀ ਰਾਖੀ ਕਰ ਸਕਦਾ ਹਾਂ, ਸੇਵਾ ਕਰ ਸਕਦਾ ਹਾਂ। ਇਸ ਤਰ੍ਹਾਂ ਦੇ ਜਿਹੜੇ ਅੰਦਰੋਂ ਆਵਾਜ਼ਾਂ ਆਉਂਦੀਆਂ ਨੇ, ਜਦੋਂ ਮਨੁੱਖ ਉਹ ਆਵਾਜ਼ਾਂ ਦਾ ਅਹਿਸਾਸ ਮਹਿਸੂਸ ਕਰਦਾ ਹੈ, ਉਹਨੂੰ ਅਨਹਦ ਨਾਦ ਆਪਾਂ ਕਹਿ ਸਕਦੇ ਹਾਂ। ਭਾਵ ਕਿ ਬਗੈਰ ਕਿਸੇ ਹਥਿਆਰ ਦੀ, ਸੰਦ ਦੀ, ਡੰਡੇ ਸੋਟੇ ਦੀ ਟੱਚ ਤੋਂ ਬਿਨਾਂ, ਛੋਹ ਤੋਂ ਬਿਨਾਂ ਆਪਣੇ ਆਪ ਅੰਦਰੋਂ ਇੱਕ ਲਹਿਰ ਪੈਦਾ ਹੁੰਦੀ ਹੈ, ਇੱਕ ਅਹਿਸਾਸ ਪੈਦਾ ਹੁੰਦਾ ਹੈ
कि ये कारज मैं करना है, अंदरों हिम्मत हौसला पैदा हो गया। पर इन्हां अनहद शब्द वालियां ने केवल धुनियां सुणन दी लोकां नूं गल सुणा दित्ती कि मिठियां धुनियां सानूं सुणदियां ने, पर वो जिहड़ी धुनी जे अंदर सुणदी है तां इहनूं बाहर कढ के विखाओ। भाव कि ਜਿਹੜਾ ਕੋਈ ਤੁਹਾਡੇ ਅੰਦਰ ਵਾਪਰ ਰਿਹਾ ਹੈ ਉਹਦੇ ਰਾਹੀਂ ਉਸ ਅਕਲ ਦੀ ਵਰਤੋਂ ਕਰਕੇ ਸਮਾਜ ਦਾ ਕੋਈ ਭਲਾ ਕਰਕੇ ਵਿਖਾਓ। ਅਸੀਂ ਨਹੀਂ ਤਾਂ ਤੁਹਾਡੀਆਂ ਧੁਨੀਆਂ ਤੋਂ ਅਨਹਦ ਨਾਦਾਂ ਤੋਂ ਕੀ ਲੈਣਾ ਹੈ, ਇਹ ਸਾਡੇ ਕਿਸ ਕੰਮ ਆਏ। ਸੁਪਨੇ ਦੁਨੀਆ ਨੂੰ ਆਉਂਦੇ ਨੇ, ਜੇ ਉਹ ਸੁਪਨੇ ਨੂੰ ਸਾਕਾਰ ਕਰਕੇ ਸਾਡੇ ਸਾਹਮਣੇ ਨਹੀਂ ਰੱਖਦਾ, ਕੁਝ ਪਰਉਪਕਾਰ ਨਹੀਂ ਕਰਦਾ, ਫਿਰ ਅਸੀਂ ਸੁਪਨੇ ਦਾ ਕੀ ਕਰਨਾ ਹੈ। ਇਸੇ ਤਰ੍ਹਾਂ ਹੀ ਗੁਰਬਾਣੀ ਦੇ ਵਿੱਚ ਬਹੁਤ ਅਜਿਹੇ ਸ਼ਬਦ ਆਏ ਨੇ। ਅਨਹਦ ਨਾਦ ਸ਼ਬਦ ਵੀ ਬਹੁਤ ਵਾਰੀ ਆਇਆ ਅਤੇ ਹੋਰ ਕਿਤੇ ਸਿਮਰਨ, ਕਿਤੇ ਉਪਦੇਸ਼, ਕਿਤੇ ਅਧਿਆਤਮਕਤਾ, ਤਰ੍ਹਾਂ ਤਰ੍ਹਾਂ ਦੇ ਸ਼ਬਦਾਂ ਦੀ ਸਮਝਾਉਣ ਵਾਸਤੇ ਵਰਤੋਂ ਕੀਤੀ ਗਈ ਹੈ। ਇਹ ਕੇਵਲ ਅਤੇ ਕੇਵਲ ਸ਼ਬਦਾਂ ਦਾ ਇੱਕ ਤਰ੍ਹਾਂ ਦਾ ਢੰਗ ਤਰੀਕਾ ਹੈ ਗੱਲ ਨੂੰ ਕਹਿਣ ਦਾ। ਅਸਲ ਮਕਸਦ ਗੁਰੂ ਸਾਹਿਬ ਦਾ ਇਹੀ ਹੈ ਕਿ ਅਸੀਂ ਚੰਗੇ ਸਿਆਣੇ ਇਨਸਾਨ ਬਣ ਸਕੀਏ ਅਤੇ ਜਿਹੜਾ ਕੁਝ ਵੀ ਅਸੀਂ ਸੋਚਦੇ ਹਾਂ ਕਰਦੇ ਹਾਂ ਉਹ ਗੁਰੂ ਦੀ ਮੱਤ ਅਨੁਸਾਰ ਸੋਚੀਏ ਅਤੇ ਉਹਨੂੰ ਅਮਲੀ ਜਾਮਾ ਪਹਿਨਾਈਏ। ਇਹ ਜਿਹੜੇ ਸਿਮਰਨ ਕਰਨ ਵਾਲਿਆਂ ਨੇ ਸਾਨੂੰ ਬਹੁਤ ਪਿਛਾਂਹ ਕਰ ਦਿੱਤਾ ਹੈ, ਅਕਲ ਦਾ ਖਾਨਾ ਸਾਡਾ ਬੰਦ ਕਰ ਦਿੱਤਾ ਹੈ। ਜੇ ਅੰਦਰ ਤੁਹਾਡੇ ਕੋਈ ਧੁਨੀ ਉੱਠਦੀ ਹੈ, ਉਹ ਧੁਨੀ ਨੂੰ ਤੁਸੀਂ ਵਰਤ ਕੇ ਫਿਰ ਸਮਾਜ ਦਾ ਕੁਝ ਭਲਾ ਕਰਕੇ ਵਿਖਾਓ, ਫਿਰ ਅਸੀਂ ਤੁਹਾਡੀਆਂ ਧੁਨੀਆਂ ਨੂੰ ਅਨਹਦ ਨਾਦਾਂ ਨੂੰ ਨਮਸਕਾਰ ਕਰਾਂਗੇ। ਜਦੋਂ ਕਿਸੇ ਵਿਗਿਆਨੀ ਦੇ ਅੰਦਰ ਕੋਈ ਧੁਨੀ ਉੱਠਦੀ ਹੈ ਉਹ ਲੋਕਾਂ ਦਾ ਭਲਾ ਕਰਕੇ ਵਿਖਾਉਂਦਾ, ਉਹ ਐਵੇਂ ਨਹੀਂ ਕਹੀ ਜਾਂਦਾ ਮੇਰੇ ਅੰਦਰ ਤਾਂ ਧੁਨੀਆਂ ਉੱਠੀਆਂ ਨੇ, ਮੈਂ ਤਾਂ ਅਨਹਦ ਨਾਦ ਵਜਾ ਰਿਹਾ। ਸਾਨੂੰ ਨਹੀਂ ਤੁਹਾਡੇ ਅਨਹਦ ਨਾਦ ਦੀ ਲੋੜ, ਸਾਨੂੰ ਤਾਂ ਕੰਮਾਂ ਦੀ ਲੋੜ ਹੈ, ਪਰਉਪਕਾਰ ਦੀ ਲੋੜ ਹੈ, ਨੇਕੀ ਦੀ, ਚੰਗੇ ਇਨਸਾਨ ਦੀ ਲੋੜ ਹੈ ਅਤੇ ਜਿਹੜਾ ਕੁਝ ਵੀ ਸਮਾਜ ਦੇ ਭਲੇ ਵਾਸਤੇ ਹੈ ਸਾਨੂੰ ਉਹਦੀ ਲੋੜ ਹੈ। ਕੇਵਲ ਧੁਨੀਆਂ ਵਜਾਈ ਜਾਣੀਆਂ ਉਹਦਾ ਕੋਈ ਮਤਲਬ ਨਹੀਂ ਹੈ। ਇਹਨਾਂ ਤੋਂ ਸਾਵਧਾਨ ਹੋਣ ਦੀ ਲੋੜ ਹੈ। ਸਵਾਲ ਨੰਬਰ 494 ਭਾਈ ਜਗਜੀਤ ਸਿੰਘ ਮੋਗੇ ਤੋਂ। ਇਹਨਾਂ ਦਾ ਸਵਾਲ ਹੈ, ਇਸਲਾਮ ਵੀ ਇੱਕ ਰੱਬ ਦੀ ਗੱਲ ਕਰਦਾ ਹੈ, ਸਿੱਖ ਧਰਮ ਵਿੱਚ ਵੀ ਇੱਕ ਰੱਬ ਦੀ ਮਾਨਤਾ ਹੈ, ਫਿਰ ਵਖਰੇਵਾਂ ਕਿਉਂ ਹੈ। ਪਿਆਰਿਓ, ਉਹਨਾਂ ਦਾ ਰੱਬ ਹੋਰ ਤਰ੍ਹਾਂ ਦਾ ਹੈ ਅਤੇ ਸਿੱਖਾਂ ਦਾ ਰੱਬ ਹੋਰ ਤਰ੍ਹਾਂ ਦਾ ਹੈ। ਭਾਵੇਂ ਕਹਿਣ ਨੂੰ ਤਾਂ ਇੱਕ ਕਹਿੰਦੇ ਹਾਂ, ਪਰ ਰੱਬ ਦਾ ਸਰੂਪ ਜਿਹੜਾ ਬਿਆਨ ਕੀਤਾ ਗਿਆ ਉਹ ਵੱਖੋ ਵੱਖਰੇ ਤਰ੍ਹਾਂ ਦਾ ਹੈ। ਉਹਨਾਂ ਨੇ ਤਾਂ ਰੱਬ ਦੇ ਮੁਕਾਬਲੇ 'ਤੇ ਸ਼ੈਤਾਨ ਦੀ ਸਿਰਜਣਾ ਵੀ ਕੀਤੀ ਹੈ, ਭਾਵ ਕਿ ਰੱਬ ਦੇ ਕੰਮਾਂ ਵਿੱਚ ਸ਼ੈਤਾਨ ਰੁਕਾਵਟਾਂ ਖੜ੍ਹੀਆਂ ਕਰਦਾ। ਦੋ ਪਾਤਰ ਪੈਦਾ ਕਰ ਦਿੱਤੇ ਉਹਨਾਂ ਨੇ, ਇੱਕ ਤਾਂ ਖੁਦਾ ਅਤੇ ਇੱਕ ਜਿਹੜਾ ਸ਼ੈਤਾਨ। ਹੁਣ ਅੱਜ ਜਿਹੜੇ ਕੰਮ ਮਾੜੇ ਦੁਨੀਆ 'ਚ ਹੋ ਰਹੇ ਨੇ ਉਹਨਾਂ ਦੀ ਮਾਨਤਾ ਹੈ ਕਿ ਇਹ ਸ਼ੈਤਾਨ ਮਾੜੇ ਕੰਮ ਕਰਾਉਂਦਾ ਅਤੇ ਸ਼ੈਤਾਨ ਦੇ ਅੱਗੇ ਰੱਬ ਬੇਬਸ ਹੋ ਜਾਂਦਾ ਹੈ, ਉਹ ਸ਼ੈਤਾਨ ਨੂੰ ਕਾਬੂ ਨਹੀਂ ਕਰ ਸਕਦਾ ਅਤੇ ਸ਼ੈਤਾਨ ਮਾੜੇ ਕੰਮ ਕਰਦਾ ਰਹਿੰਦਾ ਹੈ। ਤਾਂ ਇਸ ਤਰ੍ਹਾਂ ਉਹਨਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਮਾਨਤਾਵਾਂ ਨੇ ਜਿਹੜੀਆਂ ਕਿ ਸਿੱਖ ਧਰਮ ਨਾਲ ਮੇਲ ਨਹੀਂ ਖਾਂਦੀਆਂ। ਪਰ ਸਿੱਖ ਧਰਮ ਸ਼ੈਤਾਨ ਦੀ ਹੋਂਦ ਨੂੰ ਨਹੀਂ ਮੰਨਦਾ, ਰੱਬ ਨੂੰ ਸਰਬ ਕਲਾ ਸਮਰੱਥ ਮੰਨਦਾ ਹੈ ਅਤੇ ਰੱਬ ਵੀ ਕਣ ਕਣ ਦੇ ਵਿੱਚ, ਜਰੇ ਜਰੇ ਦੇ ਵਿੱਚ ਵਸਦਾ ਹੈ, ਸਾਡੇ ਵੀ ਅੰਦਰ ਵਸਦਾ ਹੈ। ਜਿਹੜਾ ਸਿਸਟਮ ਸਾਡੇ ਅੰਦਰ ਚੱਲ ਰਿਹਾ ਉਹੀ ਰੱਬ ਹੈ, ਭਾਵ ਕਿ ਅੰਦਰ ਜੋ ਸਾਡੇ ਸੈੱਲ ਪੈਦਾ ਹੋ ਰਹੇ ਨੇ, ਵਿਕਸਿਤ ਹੋ ਰਹੇ ਨੇ, ਹੱਡੀਆਂ, ਖੂਨ, ਮਿੱਝ, ਅੱਖਾਂ, ਦੰਦ, ਨੱਕ, ਕੰਨ, ਅੱਗੇ ਹੋਰ ਜੀਵ ਸਾਡੇ ਅੰਦਰੋਂ ਹੀ ਪੈਦਾ ਹੁੰਦੇ ਨੇ, ਔਲਾਦ ਸਾਡੀ, ਇਹ ਸਾਰਾ ਇੱਕ ਸਿਸਟਮ ਦੇ ਅਧੀਨ ਚੱਲਦਾ ਹੈ। ਇਹੋ ਹੀ ਰੱਬ ਦਾ ਸਿਸਟਮ ਹੈ ਜਿਹੜਾ ਸਾਰੀ ਕਾਇਨਾਤ ਦੇ ਵਿੱਚ, ਸਾਰੀ ਸ੍ਰਿਸ਼ਟੀ ਦੇ ਵਿੱਚ ਚੱਲਦਾ ਆ ਰਿਹਾ। ਰੱਬ ਭਾਵੇਂ ਬਹੁਤ ਲੋਕਾਂ ਦਾ ਇੱਕ ਹੋ ਸਕਦਾ ਹੈ, ਪਰ ਉਹਦੇ ਸਰੂਪ ਉਹਨਾਂ ਨੇ ਵੱਖੋ ਵੱਖਰੇ ਬਿਆਨ ਕੀਤੇ ਨੇ। ਸਾਡਾ ਰੱਬ ਹੋਰ ਤਰ੍ਹਾਂ ਦਾ ਹੈ ਅਤੇ ਉਹਨਾਂ ਦਾ ਰੱਬ ਹੋਰ ਤਰ੍ਹਾਂ ਦਾ ਹੈ। ਆਪੋ ਆਪਣਾ ਰੱਬ ਹਰੇਕ ਨੂੰ ਮੁਬਾਰਕ ਹੈ, ਪਰ ਅਸੀਂ ਤਾਂ ਕਣ ਕਣ ਦੇ ਵਿੱਚ, ਜ਼ਰੇ ਜ਼ਰੇ ਦੇ ਵਿੱਚ ਰੱਬ ਨੂੰ ਦੇਖਣ ਦਾ ਯਤਨ ਕਰਨਾ ਹੈ, ਤਾਂ ਕਿ ਅਸੀਂ ਕੁਦਰਤ ਨੂੰ, ਕਾਇਨਾਤ ਨੂੰ ਸਮਝ ਕੇ ਆਪਣੀ ਜ਼ਿੰਦਗੀ ਨੂੰ ਸੋਹਣੀ ਵੀ ਬਣਾਈਏ ਅਤੇ ਸਾਰੀ ਕਾਇਨਾਤ ਨੂੰ ਵੀ ਚੰਗੀ ਬਣਾਈਏ। ਇੱਥੇ ਜਿਹੜਾ ਪ੍ਰਦੂਸ਼ਣ ਫੈਲ ਗਿਆ, ਪਾਣੀ ਗੰਦਾ ਹੋ ਗਿਆ, ਤਾਂ ਜਿਹੜਾ ਹੋਰ ਬਹੁਤ ਕੁਝ ਮਾੜੇ ਕੰਮ ਹੋ ਗਏ, ਇਹ ਜੇ ਰੱਬ 'ਤੇ ਸਾਰਾ ਕੁਝ ਸੁੱਟਾਂਗੇ ਫਿਰ ਸਾਡੀਆਂ ਜ਼ਿੰਮੇਵਾਰੀਆਂ ਖਤਮ ਹੋ ਜਾਣਗੀਆਂ। ਆਪਣੀਆਂ ਜ਼ਿੰਮੇਵਾਰੀਆਂ ਚੁੱਕੀਏ ਕਿ ਅਸੀਂ ਇੱਥੇ ਸਮਾਜ ਨੂੰ ਜਿਉਣ ਜੋਗਾ, ਦੁਨੀਆ ਨੂੰ ਰਹਿਣ ਜੋਗਾ ਕਿਵੇਂ ਬਣਾਉਣਾ ਹੈ, ਆਪਣਾ ਵਧੀਆ ਯੋਗਦਾਨ ਅਕਲ ਦੀ ਵਰਤੋਂ ਕਰਕੇ ਕਿਵੇਂ ਪਾਉਣਾ ਹੈ। ਰੱਬ ਤਾਂ ਸਾਡੇ ਅੰਦਰ ਹੀ ਵਸਦਾ, ਬਾਹਰ ਕਿਤੇ ਲੱਭਣ ਦੀ ਲੋੜ ਨਹੀਂ। ਘਟ ਘਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ। ਇਹ ਤਾਂ ਘਟ ਘਟ ਦੇ ਵਿੱਚ, ਜਰੇ ਜਰੇ ਦੇ ਵਿੱਚ ਪੁੱਛਿਆ ਗਿਆ ਸਵਾਲ। 495 ਨੰਬਰ ਸਵਾਲ ਹੈ, ਜਦੋਂ ਅਰਦਾਸ ਕਰਦੇ ਹਾਂ ਤਾਂ ਕਹੀਦਾ ਹੈ ਦੇਗ ਪ੍ਰਵਾਨ ਹੋਵੇ ਜੀ, ਕਿਰਪਾਨ ਭੇਟ ਦੇਗ ਪ੍ਰਵਾਨ ਹੋਵੇ, ਵਕਤ ਕਰਨੀ ਚਾਹੀਦੀ ਹੈ
ਜਾਂ ਹੁਕਮਨਾਮਾ ਲੈਣ ਤੋਂ ਬਾਅਦ। ਭਾਵ ਕਿ ਇਹਨਾਂ ਨੇ ਤਾਂ ਦੇਗ ਦੇ ਬਾਰੇ ਸਵਾਲ ਪੁੱਛਿਆ ਕਿ ਜਿਹੜੀ ਕਿਰਪਾਨ ਭੇਟ ਹੈ ਜਦੋਂ ਦੇਗ ਪ੍ਰਵਾਨ ਹੋਵੇ ਜੀ ਉਦੋਂ ਕਰਨੀ ਚਾਹੀਦੀ ਹੈ ਕਿ ਹੁਕਮਨਾਮਾ ਲੈਣ ਤੋਂ ਪਿੱਛੋਂ ਕਰਨੀ ਚਾਹੀਦੀ ਹੈ। ਗੁਰੂ ਪਿਆਰ ਵਾਲਿਓ, ਜਦੋਂ ਅਰਦਾਸ ਹੋ ਰਹੀ ਹੈ ਉਦੋਂ ਤਾਂ ਆਪਾਂ ਇਕਾਗਰ ਚਿੱਤ ਖੜ੍ਹੇ ਹੋ ਕੇ ਸਾਰਿਆਂ ਨੇ ਸੁਣਨਾ ਹੁੰਦਾ। ਵਿਚਕਾਰ ਦੀ ਹਿੱਲਣਾ ਜੁਲਣਾ ਹਰਕਤਾਂ ਕਰਨੀਆਂ ਇਹ ਨਹੀਂ ਹੁੰਦੀਆਂ। ਜੇ ਤੁਸੀਂ ਕਿਰਪਾਨ ਭੇਟ ਦੀ ਪਰੰਪਰਾ ਨਿਭਾਉਣੀ ਹੈ ਤਾਂ ਹੁਕਮਨਾਮਾ ਲੈਣ ਤੋਂ ਬਾਅਦ ਉਦੋਂ ਕਿਰਪਾਨ ਦੀ ਜਿਹੜੀ ਵਰਤੋਂ ਕਰਨੀ ਹੈ, ਕਿਰਪਾਨ ਭੇਟ ਕਰਨੀ ਹੈ ਅਤੇ ਦੇਗ ਨੂੰ ਪ੍ਰਵਾਨ ਕਰਨਾ ਸ਼ਬਦ ਵਰਤਣਾ, ਨਾ ਕਿ ਭੋਗ ਲਾਉਣਾ ਕਰਨਾ। ਅਤੇ ਫਿਰ ਹੁਣ ਤਾਂ ਹੋਰ ਵੀ ਬਹੁਤ ਕੁਝ ਚੱਲ ਪਿਆ। ਗੁਰੂ ਗ੍ਰੰਥ ਸਾਹਿਬ ਦੇ ਥੱਲੇ ਕੌਲਾ ਅਸੀਂ ਭਰ ਕੇ ਦੇਗ ਦਾ ਰੱਖਦੇ ਹਾਂ ਅਤੇ ਇਉਂ ਲੋਕਾਂ ਨੂੰ ਦੱਸਣ ਦਾ ਯਤਨ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇਗ ਨੂੰ ਭੋਗ ਲਾਉਂਦੇ ਨੇ। ਕਦੇ ਪੰਜਾਂ ਪਿਆਰਿਆਂ ਦੀ ਯਾਦ ਦੇ ਵਿੱਚ ਪੰਜਾਂ ਨੂੰ ਵੰਡਦੇ ਹਾਂ ਅਤੇ ਫਿਰ ਕਈਆਂ ਨਾਲ ਵਿਤਕਰਾ ਹੁੰਦਾ। ਜੇ ਕਿਸੇ ਨੇ ਅੰਮ੍ਰਿਤ ਨਹੀਂ ਛਕਿਆ, ਖੰਡੇ ਕੀ ਪਹੁਲ ਨਹੀਂ ਲਈ, ਉਹਦੇ ਤੋਂ ਪਾਸਾ ਵੱਟ ਜਾਂਦੇ ਹਾਂ, ਕੋਲੋਂ ਦੀ ਲੰਘ ਕੇ ਅੰਮ੍ਰਿਤਧਾਰੀ ਲੱਭਦੇ ਹਾਂ ਜਾ ਕੇ। ਫਿਰ ਜਿਹੜੇ ਨੇ ਖੰਡੇ ਕੀ ਪਹੁਲ ਨਹੀਂ ਲਈ ਉਹ ਬੇਇੱਜ਼ਤੀ ਮਹਿਸੂਸ ਕਰਦਾ ਕਿ ਮੈਨੂੰ ਇਹਨਾਂ ਨੇ ਪਹਿਲਾਂ ਦੇਗ ਪੰਜਾਂ ਪਿਆਰਿਆਂ ਵਾਲੀ ਕਿਉਂ ਨਹੀਂ ਦਿੱਤੀ। ਇਹ ਬਹੁਤ ਸਾਰੇ ਨਵੇਂ ਜਿਹੜੇ ਮਸਲੇ ਨੇ ਇਹ ਖੜ੍ਹੇ ਹੋ ਰਹੇ ਨੇ। ਇਸ ਕਰਕੇ ਨਵੇਂ ਸਿਰਿਓਂ ਰਹਿਤ ਮਰਿਆਦਾ ਬਣਾਉਣ ਦਾ ਜਿਹੜਾ ਉਪਰਾਲਾ ਸਾਡੇ ਵਿਦਵਾਨਾਂ ਨੂੰ, ਸਾਡੀਆਂ ਉੱਚ ਪਾਏ ਦੀਆਂ ਗੁਰਦੁਆਰਾ ਕਮੇਟੀਆਂ ਨੂੰ ਵਿਦਵਾਨਾਂ ਦੀਆਂ ਮੀਟਿੰਗਾਂ ਕਨਵੈਨਸ਼ਨਾਂ ਬੁਲਾ ਕੇ ਉਹਦੇ ਵਿੱਚ ਵਿਚਾਰਾਂ ਕਰਨੀਆਂ ਬਣਦੀਆਂ ਨੇ ਕਿ ਅੱਜ ਦੇ ਹਾਲਾਤ ਅਨੁਸਾਰ ਅਰਦਾਸ ਕਿਹੋ ਜਿਹੀ ਚਾਹੀਦੀ ਹੈ। ਇੱਥੇ ਤਾਂ ਪ੍ਰਥਮ ਭਗਉਤੀ ਅੱਗੇ ਅਰਦਾਸ ਕੀਤੀ ਜਾ ਰਹੀ ਹੈ, ਗੁਰੂ ਅੱਗੇ ਤਾਂ ਅਰਦਾਸ ਹੀ ਨਹੀਂ ਕੀਤੀ ਜਾ ਰਹੀ। ਭਗਉਤੀ ਭਗਵਤੀ ਦੇਵੀ ਹੈ। ਸਾਰੇ ਗੁਰੂ ਸਾਹਿਬਾਨਾਂ ਨੂੰ ਭਗਵਤੀ ਦੇਵੀ ਦੇ ਅੱਗੇ ਹੱਥ ਜੋੜ ਕੇ ਖਿਲਾਰਿਆ ਹੋਇਆ ਅਰਦਾਸ ਵਾਲਿਆਂ ਨੇ। ਦਸਮ ਗ੍ਰੰਥ ਦੇ ਵਿੱਚੋਂ ਇਹ ਲਈ ਗਈ ਹੈ, ਤੁਸੀਂ ਆਪ ਕਦੀ ਪੜ੍ਹ ਕੇ ਵੇਖ ਲਿਓ। ਉੱਥੇ ਭਗਵਤੀ ਦੇਵੀ ਅੱਗੇ ਗੁਰੂ ਸਾਹਿਬਾਨਾਂ ਨੂੰ ਅਰਦਾਸ ਕਰਦੇ ਵਿਖਾਇਆ ਅਤੇ ਅਸੀਂ ਚੁੱਕ ਕੇ ਮੂਰਖਤਾ ਦੇ ਕਾਰਨ, ਸਾਡੀ ਅਕਲ ਘੱਟ ਹੈ ਅਤੇ ਇਹ ਅਰਦਾਸ ਪ੍ਰਵਾਨ ਕਰ ਲਈ ਹੈ। ਅਤੇ ਪਿਛਲੇ ਤਕਰੀਬਨ ਪੌਣੀ ਸਦੀ ਤੋਂ ਇਹੋ ਹੀ ਅਰਦਾਸ ਗੁਰਦੁਆਰਿਆਂ ਦੇ ਵਿੱਚ ਚੱਲਦੀ ਆ ਰਹੀ ਹੈ। ਇਹਦੇ 'ਤੇ ਬਹੁਤ ਸਾਰਾ ਧਿਆਨ ਦੇਣ ਦੀ ਲੋੜ ਹੈ। ਸੋ ਦੇਗ ਪ੍ਰਵਾਨ ਹੋਵੇ ਕਹਿਣਾ ਚਾਹੀਦਾ। ਹਾਲ ਦੀ ਘੜੀ ਜਿਹੜਾ ਚੱਲ ਰਿਹਾ ਸਿਲਸਿਲਾ ਹੈ, ਇੱਕ ਹੁਕਮਨਾਮਾ ਲੈਣ ਤੋਂ ਬਾਅਦ ਕਿਰਪਾਨ ਭੇਟ ਕਰ ਲੈਣੀ ਚਾਹੀਦੀ ਹੈ। ਇਹ ਕਿਰਪਾਨ ਤਾਂ ਉਦੋਂ ਪ੍ਰਚਲਿਤ ਹੋਈ ਸੀ ਜਦੋਂ ਗੁਰੂ ਸਾਹਿਬਾਨ ਸਰੀਰਕ ਤੌਰ 'ਤੇ ਨਹੀਂ ਰਹੇ, ਉਦੋਂ ਅਸੀਂ ਹਥਿਆਰਬੰਦ ਹੁੰਦੇ ਸੀ। ਤਾਂ ਇਹ ਕਿਸੇ ਵਿਦਵਾਨ ਸਿੱਖ ਨੇ ਕਹਿ ਦਿੱਤਾ ਹੋਣਾ ਕਿ ਗੁਰੂ ਦਾ ਹੱਥ ਲੱਗ ਕੇ ਅੱਗੇ ਕੋਈ ਵੀ ਚੀਜ਼ ਪ੍ਰਵਾਨ ਹੋਇਆ ਕਰਦੀ ਸੀ। ਅੱਜ ਆਪਾਂ ਗੁਰੂ ਦਾ ਹੱਥ ਤਾਂ ਕੀ ਲਵਾਉਣਾ, ਕਿਉਂਕਿ ਸਰੀਰਕ ਤੌਰ 'ਤੇ ਗੁਰੂ ਸਾਹਿਬ ਨਹੀਂ ਰਹੇ। ਅਸੀਂ ਇਸ ਹਥਿਆਰ ਨੂੰ ਸਾਰੇ ਆਪਣੇ ਕੋਲੇ ਰੱਖਦੇ ਹਾਂ। ਇਹ ਗੁਰੂ ਨੇ ਦਿੱਤਾ ਹੋਇਆ ਹੁਕਮ ਹੈ ਕਿ ਹਥਿਆਰ ਕੋਲੇ ਰੱਖਿਆ ਕਰੋ ਅਤੇ ਇਹ ਵੀਰਤਾ ਦਾ ਪ੍ਰਤੀਕ ਹੈ। ਇਸ ਤਰ੍ਹਾਂ ਦੀਆਂ ਗੱਲਾਂ ਬਣਾ ਕੇ ਕਹਿ ਦਿੱਤਾ ਕਿ ਕਿਰਪਾਨ ਹੀ ਭੇਟ ਕਰ ਲਿਆ ਕਰੋ। ਹੁਣ ਤਾਂ ਕਿਰਪਾਨ ਵੀ 2 ਇੰਚ 4 ਇੰਚ ਦੀ ਰਹਿ ਗਈ ਆ, ਆਪਾਂ ਜਾਣਦੇ ਹੀ ਹਾਂ ਸਾਰਾ ਕੁਛ। ਸੋ ਬਹੁਤ ਕੁਝ ਨਵੇਂ ਸਿਰੋਂ ਸੋਚਣ ਦੀ, ਵਿਚਾਰਨ ਦੀ ਜ਼ਰੂਰਤ ਹੈ। ਅਤੇ ਜਿਹੜੀਆਂ ਇਹ ਚੀਜ਼ਾਂ ਨੇ, ਜੇ ਆਪਾਂ ਨਵੇਂ ਸਿਰੋਂ ਵਿਚਾਰਾਂ ਨਹੀਂ ਕਰਾਂਗੇ ਤਾਂ ਅਸੀਂ ਜ਼ਮਾਨੇ ਨਾਲੋਂ ਪਛੜ ਜਾਵਾਂਗੇ ਅਤੇ ਅਸੀਂ ਪਿਛਾਂਹ ਖਿੱਚੂ ਵੱਜਾਂਗੇ। ਸਾਨੂੰ ਲੋਕ ਜਿਵੇਂ ਕਿ ਅੱਜ ਪਰੰਪਰਾਵਾਦੀ ਕਹਿ ਕੇ ਚੜਾਉਂਦੇ ਨੇ ਅਤੇ ਹੋਰ ਪਿਛਾਂਹ ਖਿੱਚੂ ਪਰੰਪਰਾਵਾਦੀ ਬਣ ਜਾਵਾਂਗੇ। ਜ਼ਮਾਨੇ ਦੇ ਨਾਲ ਚੱਲਦੇ ਰਹਿਣ ਵਾਸਤੇ ਆਪਣੇ ਅੰਦਰ ਵਿਕਾਸ ਕਰਨ ਦੀ ਲੋੜ ਹੈ। ਜਿਹੜੀਆਂ ਪਰੰਪਰਾਵਾਂ ਨੇ ਉਹਨਾਂ ਦੇ ਵਿੱਚ ਸੁਧਾਰ ਕਰਨ ਦੀ ਲੋੜ ਹੈ। ਜਿਵੇਂ ਕਿ ਗੁਰਬਾਣੀ ਦੇ ਅਰਥ ਭਾਵੇਂ 100% ਠੀਕ ਤਾਂ ਕਿਸੇ ਨੇ ਵੀ ਨਹੀਂ ਕੀਤੇ, ਪਰ ਜਿੰਨੇ ਵੀ ਵਿਦਵਾਨਾਂ ਨੇ ਕੀਤੇ ਨੇ ਇੱਕ ਦੂਜੇ ਨਾਲੋਂ ਅੱਗੇ ਵੱਧ ਕੇ ਕਰਨ ਦਾ ਯਤਨ ਕੀਤਾ। ਇਸ ਤਰ੍ਹਾਂ ਵਿਕਾਸ ਸਦਾ ਹੁੰਦਾ ਰਹਿਣਾ ਚਾਹੀਦਾ। ਪ੍ਰਚਾਰਕ ਵੀ ਇਹੀ ਕੋਸ਼ਿਸ਼ ਕਰਦੇ ਨੇ, ਭਾਵੇਂ ਕਿੰਨੀ ਵੀ ਕਿਸੇ ਦੀ ਅਕਲ ਹੈ ਕਿ ਮੈਂ ਦੂਜਿਆਂ ਨਾਲੋਂ ਵਧੀਆ ਕਥਾ ਕਰਾਂ, ਪਰ ਉਦੋਂ ਈਰਖਾ ਮਨ 'ਚ ਪੈਦਾ ਹੋ ਜਾਂਦੀ ਹੈ ਕਿ ਉਹ ਫਲਾਣਾ ਤਾਂ ਮੇਰੇ ਨਾਲੋਂ ਬਹੁਤ ਅੱਗੇ ਲੰਘ ਗਿਆ, ਕਥਾ ਤਾਂ ਭਾਵੇਂ ਵਧੀਆ ਕਰਦਾ ਪਰ ਮੇਰੀ ਮੰਗ ਘਟ ਗਈ, ਮੇਰੀ ਇਨਕਮ ਘਟ ਗਈ, ਇੱਥੇ ਆ ਕੇ ਮਾਰ ਪੈਂਦੀ ਹੈ। ਸੋ ਵਿਕਾਸ ਸਾਡੇ ਮਨ ਦੇ ਵਿੱਚ ਸਦਾ ਬਣਿਆ ਰਹਿਣਾ ਚਾਹੀਦਾ। ਇਤਨੇ ਕੁ ਬਚਨ ਪ੍ਰਵਾਨ ਕਰਨੇ, ਹੋਈਆਂ ਭੁੱਲਾਂ ਖਿਮਾ ਕਰਨੀਆਂ। ਤੁਸੀਂ WhatsApp 'ਤੇ ਆਪਣੇ ਸਵਾਲ ਧਰਮ ਤੱਤ ਗੁਰਮਤਿ ਗਿਆਨ ਵਾਲਿਆਂ ਦਾ ਜੋ ਨੰਬਰ ਹੈ ਉਹ ਹਮੇਸ਼ਾ ਅਸੀਂ ਦਿੰਦੇ ਰਹਿੰਦੇ ਹਾਂ, ਉਹਨਾਂ ਨੂੰ ਆਪਣੇ ਸਵਾਲ ਭੇਜ ਸਕਦੇ ਹੋ। ਅਸੀਂ ਇਸੇ ਤਰ੍ਹਾਂ ਜਵਾਬ ਦੇਣ ਦਾ ਯਤਨ ਕਰਦੇ ਰਹਾਂਗੇ। ਭੁੱਲਾਂ ਹੋ ਜਾਣੀਆਂ ਸੁਭਾਵਿਕ ਨੇ, ਪਰ ਇਹ ਜਿਹੜਾ ਸਿਲਸਿਲਾ ਅਸੀਂ ਲਗਾਤਾਰ ਬਿਨਾਂ ਨਾਗਾ ਅੱਗੇ ਤੋਂ ਜਾਰੀ ਰੱਖਣ ਦਾ ਯਤਨ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।